ਸਾਰੇ ਹੀ ਸਟੂਡੈਂਟਸ ਦਾ ਬੇਟਾ ਅੱਜ ਦੀ ਕਲਾਸ ਦੇ ਵਿੱਚ ਬਹੁਤ ਵੈਲਕਮ। ਇਸ ਤੋਂ ਪਹਿਲਾਂ ਆਪਾਂ ਬੇਟਾ ਨੈਥ ਸੈਂਪਲ ਪੇਪਰ 3 ਦੇ ਜਿਹੜੇ ਪਹਿਲੇ 15 ਕੁਐਸਚਨ ਹੈ ਉਹਨਾਂ ਨੂੰ ਸੋਲਵ ਕੀਤਾ ਸੀ। ਜਿਹੜੇ ਬੱਚਿਆਂ ਨੇ ਉਹ ਵੀਡੀਓ ਨਹੀਂ ਦੇਖੀ ਹੋਈ, ਡਿਸਕ੍ਰਿਪਸ਼ਨ ਦੇ ਵਿੱਚ ਬੇਟਾ ਲਿੰਕ ਦਿੱਤਾ ਹੋਇਆ, ਉੱਥੋਂ ਤੁਸੀਂ ਉਸ ਨੂੰ ਵੇਖ ਸਕਦੇ ਹੋ। ਉਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਬੇਟਾ ਅੱਜ ਆਪਾਂ ਜਿਹੜੇ ਬਾਕੀ ਰਹਿੰਦੇ ਕੁਐਸਚਨ ਹੈ ਇਸ ਪੇਪਰ ਦੇ, ਥਰਡ ਪੇਪਰ ਦੇ, ਉਹਨਾਂ ਨੂੰ ਸੋਲਵ ਕਰਾਂਗੇ। ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਸਾਡਾ ਜਿਹੜਾ 16ਵਾਂ ਕੁਐਸਚਨ ਹੈ, ਦੇਖੋ ਬੇਟਾ ਕੀ ਹੈ। ਇੱਕ ਪੈਨਸਲ ਦੀ ਲੰਬਾਈ 16 ਸੈਂਟੀਮੀਟਰ ਹੈ। ਇੱਕ ਸਾਡੇ ਕੋਲੇ ਪੈਨਸਲ ਹੈ, ਉਸ ਦੀ ਜਿਹੜੀ ਲੰਬਾਈ ਦਿੱਤੀ ਹੋਈ ਹੈ ਕਿੰਨੀ ਹੈ, 16 ਸੈਂਟੀਮੀਟਰ। ਔਰ ਇਸ ਦਾ ਅਰਧ ਵਿਆਸ, ਜਿਹੜਾ ਉਸਦਾ ਆਧਾਰ ਦਾ ਅਰਧ ਵਿਆਸ ਹੈ, ਯਾਨੀ ਰੇਡੀਅਸ ਹੈ, ਉਹ ਕਿੰਨੀ ਹੈ, 4 ਮਿਲੀਮੀਟਰ। ਪਹਿਲੀ ਗੱਲ ਤਾਂ ਬੇਟਾ ਇਹ ਦੇਖੋ, ਇਹ ਸੈਂਟੀਮੀਟਰ ਦੇ ਵਿੱਚ ਹੈ, ਇੱਥੇ ਮਿਲੀਮੀਟਰ ਦੇ ਵਿੱਚ ਹੈ ਨਾ। ਇਹਨਾਂ ਨੂੰ ਆਪਾਂ ਨੂੰ ਸੇਮ ਕਰਨਾ ਪਊਗਾ। ਪੈਨਸਲ ਦੇ ਵਿਆਸ ਦਾ ਅਤੇ ਇਸ ਦੀ ਲੰਬਾਈ ਨਾਲ ਅਨੁਪਾਤ ਕੀ ਹੈ। ਦੇਖੋ ਜਿਹੜੀ ਉਸ ਦੀ ਲੰਬਾਈ ਸੀ, ਲੈਂਥ ਸੀਗੀ, ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਪੜ੍ਹ ਰਿਹਾ ਬੇਟਾ ਮੈਂ, ਕਿਉਂਕਿ ਦੋਨੋਂ ਮੀਡੀਅਮ ਦੇ ਬੱਚੇ ਆਪਾਂ ਕਵਰ ਕਰਨੇ ਆ। ਦ ਲੈਂਥ ਆਫ ਏ ਪੈਨਸਲ ਇਜ਼ 16 ਸੈਂਟੀਮੀਟਰ ਐਂਡ ਦ ਰੇਡੀਅਸ ਇਜ਼ 4 ਮਿਲੀਮੀਟਰ। ਵਟ ਇਜ਼ ਦ ਰੇਸ਼ੋ ਆਫ ਡਾਇਆਮੀਟਰ ਆਫ ਦ ਪੈਨਸਿਲ ਟੂ ਦੈਟ ਇਟਸ ਲੈਂਥ। ਤਾਂ ਲੈਂਥ ਔਰ ਡਾਇਆਮੀਟਰ ਦੇ ਵਿੱਚ ਆਪਾਂ ਜਿਹੜਾ ਰੇਸ਼ੋ ਫਾਈਂਡ ਆਊਟ ਕਰਨਾ। ਜਿਹੜੀ ਸਾਡੇ ਕੋਲੇ ਪੈਨਸਿਲ ਦੀ ਲੰਬਾਈ ਹੈ, ਲੈਂਥ ਹੈ ਬੇਟਾ L ਹੈ, ਉਹ 16 ਸੈਂਟੀਮੀਟਰ ਹੈ, ਠੀਕ ਹੈ, 16 ਸੈਂਟੀਮੀਟਰ। ਔਰ ਜਿਹੜਾ ਉਸ ਦਾ ਅਰਧ ਵਿਆਸ ਹੈ, ਰੇਡੀਅਸ ਹੈ R, ਉਹ ਹੈਗਾ 4 ਮਿਲੀਮੀਟਰ। ਹੁਣ ਪਹਿਲਾਂ ਆਪਾਂ ਇਹਨਾਂ ਨੂੰ ਸੇਮ ਕਰਦੇ ਹਾਂ। ਕਿਵੇਂ ਕਰਾਂਗੇ ਆਪਾਂ, ਦੇਖੋ 1 ਸੈਂਟੀਮੀਟਰ ਦੇ ਵਿੱਚ ਬੇਟਾ 10 ਮਿਲੀਮੀਟਰ ਹੁੰਦੇ ਆ। ਆਪਣਾ ਜਿਹੜਾ ਸਕੇਲ ਹੁੰਦਾ ਤੁਸੀਂ ਦੇਖਿਆ ਹੋਣਾ, ਜਿਹਦੇ ਨਾਲ ਤੁਸੀਂ ਲਾਈਨ ਡਰਾਅ ਕਰਦੇ ਹੋ, ਉੱਥੇ 1 ਸੈਂਟੀਮੀਟਰ ਦੇ ਵਿੱਚ 10 ਛੋਟੇ ਨਿਸ਼ਾਨ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਮਿਲੀਮੀਟਰ ਕਹਿੰਦੇ ਹਾਂ, ਠੀਕ ਹੈ। ਤਾਂ 16 ਗੁਣਾ ਜਦੋਂ ਅਸੀਂ 10 ਕਰ ਦਾਂਗੇ ਤਾਂ ਸਾਡੇ ਕੋਲੇ ਇਹਦੇ ਮਿਲੀਮੀਟਰ ਬਣ ਗਏ ਕਿੰਨੇ, 160 ਮਿਲੀਮੀਟਰ। ਜਦੋਂ ਅਸੀਂ 16 ਨੂੰ 10 ਨਾਲ ਗੁਣਾ ਕਰਤੀ, ਕਿਉਂਕਿ 1 ਸੈਂਟੀਮੀਟਰ ਦੇ ਵਿੱਚ ਕਿੰਨੇ ਮਿਲੀਮੀਟਰ ਹੁੰਦੇ ਆ, 10 ਹੁੰਦੇ ਆ। ਤਾਂ ਅਸੀਂ 10 ਨਾਲ ਗੁਣਾ ਕਰਕੇ ਸੈਂਟੀਮੀਟਰ ਦੇ ਮਿਲੀਮੀਟਰ ਬਣਾ ਲਏ। ਹੁਣ ਇਹ ਦੋਨੋਂ ਦੇਖੋ ਸੇਮ ਹੋ ਗਏ, ਹੈ ਨਾ। ਹੁਣ ਅਸੀਂ ਕੀ ਫਾਈਂਡ ਆਊਟ ਕਰਨਾ ਹੈਗਾ, ਅਸੀਂ ਜਿਹੜਾ ਰੇਸ਼ੋ ਕੱਢਣਾ ਹੈ ਉਹ ਵਿਆਸ ਦੇ ਵਿੱਚ ਕੱਢਣਾ ਹੈ ਨਾ। ਆਹ ਸਾਡੇ ਕੋਲੇ ਕੀ ਸੀ, ਅਰਧ ਵਿਆਸ। ਇੱਥੋਂ ਅਸੀਂ ਵਿਆਸ ਕੱਢਦੇ ਹਾਂ, ਯਾਨੀ ਡਾਇਆਮੀਟਰ ਫਾਈਂਡ ਕਰਦੇ ਹਾਂ। ਜਿਹੜਾ ਉਸ ਦਾ ਡਾਇਆਮੀਟਰ ਹੋਊਗਾ ਉਹ ਕੀ ਹੋਊਗਾ, 2R। ਅਰਧ ਵਿਆਸ ਦਾ ਜਿਹੜਾ ਦੁੱਗਣਾ ਹੁੰਦਾ ਉਹ ਸਾਡੇ ਕੋਲੇ ਵਿਆਸ ਹੁੰਦਾ, ਕਿੰਨਾ ਜੋ 4 ਦੂਣੀ 8 ਆ ਜਾਊਗਾ। ਹੁਣ ਅਸੀਂ ਕੱਢਦੇ ਹਾਂ ਰੇਸ਼ੋ, ਜਿਹੜਾ ਸਾਨੂੰ ਪੁੱਛਿਆ ਹੋਇਆ, ਅਨੁਪਾਤ। ਤਾਂ ਰੇਸ਼ੋ ਕਿੰਨਾ ਹੋ ਜਾਊਗਾ, ਹੁਣ ਦੇਖੋ ਬੇਟਾ ਕਿਸ ਦਾ ਕੱਢਣਾ ਹੈ, ਵਿਆਸ ਦਾ ਯਾਨੀ ਡਾਇਆਮੀਟਰ ਦਾ, ਕਿਸ ਦੇ ਨਾਲ, ਲੰਬਾਈ ਨਾਲ। ਅਨੁਪਾਤ ਦਾ ਮਤਲਬ ਕੀ ਹੁੰਦਾ, ਬਟਾ। ਆਪਾਂ ਵਿਆਸ ਨੂੰ ਲੰਬਾਈ ਦੇ ਨਾਲ ਭਾਗ ਕਰ ਦੇਣਾ। ਵਿਆਸ ਕਿੰਨਾ ਸਾਡੇ ਕੋਲ 8 ਔਰ ਲੰਬਾਈ ਕਿੰਨੀ ਸੀਗੀ, 160। ਇਹ ਸਾਡੇ ਕੋਲ ਮਿਲੀਮੀਟਰ 'ਚ ਸੀ, 8 ਮਿਲੀਮੀਟਰ ਔਰ 160 ਮਿਲੀਮੀਟਰ। ਹੁਣ ਇਹਨੂੰ ਕੱਟ ਦਿੰਦੇ ਹਾਂ, 8 × 8, 8 ਦੂਣੀ 16, ਇਹ 20 ਤੇ ਕੱਟਿਆ ਗਿਆ, ਇਹ ਆ ਗਿਆ 1/20, ਯਾਨੀ 1:20। ਇਹ ਸਾਡਾ ਕੀ ਆ ਗਿਆ, ਆਨਸਰ। ਤਾਂ ਇਹ ਸਾਨੂੰ ਕੀ ਸੀ, ਪੁੱਛਿਆ ਹੋਇਆ ਸੀ ਬੇਟਾ। ਚਲੋ ਕਰਦੇ ਹਾਂ ਨੈਕਸਟ ਕੁਐਸਚਨ। ਬੇਟਾ ਇਹਦਾ ਸਕਰੀਨਸ਼ਾਟ ਲੈ ਲਿਆ ਕਰੋ, ਜਾਂ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਆਪਣੀ ਕਾਪੀ ਦੇ ਉੱਪਰ ਨੋਟ ਡਾਊਨ ਕਰ ਲਿਆ ਕਰੋ। ਚਲੋ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਅਗਲਾ ਸਾਡਾ ਪ੍ਰਸ਼ਨ ਹੈ, 1/4 ਮਿਲ ਕੇ 1 ਬਣਾਉਂਦੇ ਹਨ। ਕਿੰਨੇ 1/4 ਮਿਲ ਕੇ 1 ਬਣਾਉਂਦੇ ਹਨ, ਇਹ ਦੱਸਣਾ ਸੀ। ਤਾਂ ਦੇਖੋ 1/4 ਸਾਨੂੰ ਦਿੱਤਾ ਹੋਇਆ ਹੈ, ਇਸ ਨੂੰ ਅਸੀਂ 1 ਬਣਾਉਣਾ ਹੈ। ਤਾਂ ਸਾਨੂੰ ਜਿਹੜਾ 4 ਹੈ ਇਹ ਕੱਟਣਾ ਪਊਗਾ ਹੇਠਾਂ ਤੋਂ, ਯਾਨੀ ਜੇ ਅਸੀਂ ਇਹਨੂੰ 4 ਨਾਲ ਗੁਣਾ ਕਰ ਦਈਏ ਤਾਂ ਦੇਖੋ 4 ਨਾਲ 4 ਕੱਟ ਕੇ ਕਿੰਨਾ ਆਉਂਦਾ ਹੈ, 1 ਆਉਂਦਾ ਹੈ। ਤਾਂ ਸਾਨੂੰ 1/4 ਹੈ ਜਿਹੜਾ, ਉਹਨੂੰ ਕਿੰਨੇ ਨਾਲ ਗੁਣਾ ਕਰਨੀ ਪਈ, 4 ਨਾਲ। ਤਾਂ ਸਾਨੂੰ ਕਿੰਨੇ ਵਾਰ 1/4 ਲੈਣਾ ਪਿਆ, 4 ਵਾਰ। ਤਾਂ ਜਿਹੜਾ ਇਹਦਾ ਆਨਸਰ ਹੈ ਕੀ ਆਊਗਾ, 4 ਵਾਰ। ਯਾਨੀ 1/4 ਸਾਨੂੰ ਕਿੰਨੇ ਵਾਰ ਲੈਣਾ ਪਊਗਾ, 4 ਵਾਰ ਲੈਣਾ ਪਊਗਾ, ਠੀਕ ਹੈ। ਅੱਗੇ ਚੱਲਦੇ ਨੈਕਸਟ ਕੁਐਸਚਨ ਤੇ। ਅਗਲਾ ਜਿਹੜਾ ਸਾਡਾ ਪ੍ਰਸ਼ਨ ਹੈ, ਲਕਸ਼ਮੀ ਦੇ ਪਿਤਾ ਜੀ ਦੀ ਉਮਰ 49 ਸਾਲ ਹੈ। ਉਹ ਲਕਸ਼ਮੀ ਦੀ ਉਮਰ ਦੇ 3 ਗੁਣਾ ਤੋਂ 4 ਸਾਲ ਵੱਡੇ ਹਨ। ਇਸ ਕਥਨ ਨੂੰ ਸਮੀਕਰਨ ਦੇ ਰੂਪ ਵਿੱਚ ਲਿਖੋ। ਤਾਂ ਬੇਟਾ ਧਿਆਨ ਨਾਲ ਦੇਖੋ, ਲਕਸ਼ਮੀ ਦੇ ਜਿਹੜਾ ਫਾਦਰ ਹੈ, ਉਸ ਦੀ ਜਿਹੜੀ ਏਜ ਹੈ ਉਹ ਕਿੰਨੀ ਹੈ, 49 ਈਅਰਜ਼ ਓਲਡ ਹੈ। ਔਰ ਹੀ ਇਜ਼ 4 ਈਅਰਜ਼ ਓਲਡਰ ਦੈਨ 3 ਟਾਈਮਜ਼ ਲਕਸ਼ਮੀਜ਼ ਏਜ। ਰਾਈਟ ਦਿਸ ਇਨ ਦਾ ਫਾਰਮ ਆਫ ਐਨ ਇਕੁਏਸ਼ਨ। ਤਾਂ ਫਾਰਮ ਬਣਾਉਣੀ, ਆਪਾਂ ਇਕੁਏਸ਼ਨ ਬਣਾਉਣੀ ਹੈ ਇਸ ਦੀ। ਦੇਖੋ
ਮੰਨ ਲੈਂਦੇ ਹਾਂ ਜਿਹੜੀ ਲਕਸ਼ਮੀ ਦੀ ਉਮਰ ਹੈ ਉਸ ਨੂੰ ਅਸੀਂ ਮੰਨ ਲੈਂਦੇ ਹਾਂ ਐਕਸ ਹੈ। ਜਿਹੜੀ ਲਕਸ਼ਮੀ ਦੀ ਉਮਰ ਹੈ ਉਸ ਨੂੰ ਕੀ ਮੰਨ ਲਿਆ ਅਸੀਂ, ਐਕਸ ਸਾਲ ਹੈ। ਮੰਨ ਲੈਂਦੇ ਹਾਂ ਜਿਹੜੀ ਲਕਸ਼ਮੀ ਦੀ ਉਮਰ ਹੈ ਉਹ ਕਿੰਨੀ ਹੈ, ਐਕਸ ਸਾਲ ਹੈ। ਹੁਣ ਅਕੋਰਡਿੰਗ ਟੂ ਕੁਐਸਚਨ, ਪ੍ਰਸ਼ਨ ਦੇ ਅਨੁਸਾਰ ਜੇ ਅਸੀਂ ਦੇਖੀਏ ਅਕੋਰਡਿੰਗ ਟੂ ਕੁਐਸਚਨ, ਉਹਦੇ ਵਿੱਚ ਕੀ ਕਿਹਾ ਹੋਇਆ ਹੈ, ਉਹਨਾਂ ਨੇ ਕੀ ਕਿਹਾ ਸੀ, ਲਕਸ਼ਮੀ ਦੀ ਉਮਰ ਦਾ 3 ਗੁਣਾ ਕੀ ਹੋ ਜਾਊਗਾ, 3 ਗੁਣਾ ਲਕਸ਼ਮੀ ਦੀ ਉਮਰ ਕਿੰਨੀ ਹੈ, ਐਕਸ ਤੋਂ 4 ਸਾਲ ਵੱਡੇ ਹੈ। ਜੇ ਉਸ ਨੂੰ ਅਸੀਂ ਆਪਾਂ 4 ਸਾਲ ਵਧਾ ਦਈਏ ਤਾਂ ਜਿਹੜੀ ਇਹ ਉਮਰ ਬਣ ਗਈ ਲਕਸ਼ਮੀ ਦੀ ਉਮਰ ਦਾ 3 ਗੁਣਾ ਪਲੱਸ 4 ਕਰ ਦਈਏ ਤਾਂ ਕਿਸ ਦੀ ਉਮਰ ਬਣ ਗਈ, ਉਸਦੇ ਪਿਤਾ ਜੀ ਦੀ ਜਿਹੜੀ ਉਮਰ ਹੈ ਉਹ ਉਸਦੇ ਬਰਾਬਰ ਹੈ। ਇਹੀ ਗੱਲ ਕਹੀ ਹੋਈ ਹੈ ਨਾ, ਲਕਸ਼ਮੀ ਦੀ ਉਮਰ ਦੇ 3 ਗੁਣੇ ਤੋਂ 4 ਸਾਲ ਵੱਡੇ ਹਨ, ਇਹ ਗੱਲ ਕਹੀ ਹੋਈ ਹੈ। ਕੌਣ, ਉਸਦੇ ਫਾਦਰ। ਤਾਂ ਜਿਹੜੀ ਉਸਦੇ ਪਿਤਾ ਜੀ ਦੀ ਉਮਰ ਹੈ ਉਹ ਕਿੰਨੀ ਹੈ, 3 ਗੁਣਾ ਐਕਸ ਪਲੱਸ 4। ਤਾਂ ਜੇ ਅਸੀਂ ਦੇਖੀਏ ਪਿਤਾ ਜੀ ਦੀ ਜਿਹੜੀ ਉਮਰ ਹੈ ਉਹ ਸ਼ੁਰੂ ਦੇ ਵਿੱਚ ਹੀ ਦਿੱਤੀ ਹੋਈ ਹੈ, ਕਿੰਨੀ ਹੈ, 49 ਸਾਲ। ਹੁਣ ਇਹਦੀ ਜਗ੍ਹਾ ਤੇ ਅਸੀਂ ਕਿੰਨਾ ਲਿਖ ਦਾਂਗੇ, 49। ਤਾਂ ਆਹ ਸਾਡੇ ਕੋਲ ਇੱਕ ਸਮੀਕਰਨ ਬੇਟਾ ਬਣ ਕੇ ਆਈ। ਇਹਨੂੰ ਦੇਖੋ, ਜੇ ਤੁਹਾਨੂੰ ਆਪਸ਼ਨ ਇਹ ਮਿਲਦਾ ਕਿਤੇ ਤਾਂ ਦੇਖੋ ਫਸਟ ਆਪਸ਼ਨ ਇਹੀ ਹੈ ਸਾਡੇ ਕੋਲ, ਤੇ ਇਹੀ ਸਾਡਾ ਕੀ ਹੈ, ਰਾਈਟ ਆਨਸਰ ਹੈ। ਅੱਗੇ ਨੈਕਸਟ ਕੁਐਸਚਨ ਦੇਖੋ, ਦੋ ਘਣਾਂ ਦੇ ਨੂੰ ਜੋੜ ਕੇ ਬਣੇ ਇੱਕ ਠੋਸ ਦੇ ਫਲਕਾਂ ਦੀ ਗਿਣਤੀ ਕਿੰਨੀ ਹੋਵੇਗੀ, ਇਹ ਅਸੀਂ ਦੱਸਣਾ ਹੈ। ਦੇਖੋ ਘਣ ਕੀ ਹੁੰਦਾ, ਇੱਕ ਕਮਰੇ ਵਾਂਗੂ ਹੁੰਦਾ ਜਿਸ ਦੀ ਲੰਬਾਈ ਚੌੜਾਈ ਉਚਾਈ ਕੀ ਹੁੰਦੀ ਹੈ, ਬਰਾਬਰ ਹੁੰਦੀ ਹੈ। ਹੁਣ ਦੋ ਘਣਾਂ ਨੂੰ ਜੋੜਿਆ ਗਿਆ, ਮੰਨ ਲਓ ਜੇ ਅਸੀਂ 2 ਕਮਰਿਆਂ ਨੂੰ ਜੋੜ ਦਈਏ, ਮੰਨ ਲੈਂਦੇ ਹਾਂ ਜੇ ਅਸੀਂ 2 ਕਮਰਿਆਂ ਨੂੰ ਜੋੜ ਦਈਏ ਔਰ ਉਹਨਾਂ ਦੇ ਵਿਚਕਾਰਲੀ ਜਿਹੜੀ ਦੀਵਾਰ ਨੂੰ ਹਟਾ ਦਈਏ ਤਾਂ ਇੱਕ ਵੱਡਾ ਕਮਰਾ ਬਣ ਜੂਗਾ। ਇਹੀ ਗੱਲ ਹੈ ਨਾ, ਮੰਨ ਲਓ ਅਸੀਂ 2 ਕਮਰੇ ਆ ਸਾਡੇ ਕੋਲ, ਜੇ ਉਹਨਾਂ ਨੂੰ ਅਸੀਂ ਜੋੜ ਦਿੰਦੇ ਹਾਂ ਤਾਂ ਸਾਡੇ ਕੋਲ ਕੀ ਇੱਕ ਵੱਡਾ ਕਮਰਾ ਬਣ ਜੂਗਾ। ਦੇਖੋ ਹੁਣ ਮੰਨ ਲਓ, ਇੱਕ ਮੈਂ ਡਰਾ ਕਰਕੇ ਦਿਖਾਉਣਾ ਤੁਹਾਨੂੰ ਡਾਇਗਰਾਮ। ਮੰਨ ਲਓ ਇੱਕ ਸਾਡੇ ਕੋਲ ਘਣ ਸੀ ਜਿਹੜਾ ਮੈਂ ਬਣਾ ਲਿਆ, ਇਹਦੇ ਨਾਲ ਹੀ ਇੱਕ ਘਣ ਹੋਰ ਬਣਾ ਦਿੰਦੇ ਆਪਾਂ, 2 ਘਣਾਂ ਨੂੰ ਆਪਾਂ ਜੋੜਨਾ ਹੈਗਾ। ਠੀਕ ਹੈ, ਇਸ ਤਰੀਕੇ ਨਾਲ। ਤਾਂ ਜਦੋਂ 2 ਘਣਾਂ ਨੂੰ ਜੋੜ ਦਾਂਗੇ ਅਸੀਂ ਤਾਂ ਸਾਡੇ ਕੋਲ ਇੱਕ ਵੱਡਾ ਘਣਾਂ ਬਣ ਜੂਗਾ। ਕੀ ਬਣ ਜੂ, ਇੱਕ ਵੱਡਾ ਘਣਾਂ ਬਣ ਜੂਗਾ। ਇਸ ਤਰੀਕੇ ਨਾਲ ਇੱਕ ਵੱਡਾ ਕਮਰਾ ਬਣ ਜੂਗਾ, ਕਹਿਣ ਦਾ ਮਤਲਬ ਇਹ ਹੈ। ਠੀਕ ਹੈ, ਜਦੋਂ ਅਸੀਂ 2 ਘਣਾਂ ਨੂੰ ਜੋੜਾਂਗੇ ਤਾਂ ਇੱਕ ਸਾਡੇ ਕੋਲੇ ਘਣਾਂ ਬਣ ਜੂਗਾ। ਜਾਨੀ ਜੇ ਅਸੀਂ ਸਮਝ ਕੇ ਕਰਨਾ ਹੈ ਪ੍ਰੈਕਟੀਕਲੀ, ਤਾਂ ਜੇ ਅਸੀਂ 2 ਕਮਰਿਆਂ ਨੂੰ ਜੋੜ ਦਾਂਗੇ ਇੱਕ ਵੱਡਾ ਕਮਰਾ ਬਣ ਜੂਗਾ। ਠੀਕ ਹੈ, ਹੁਣ ਉਸਦੇ ਫਲਕਾਂ ਦੀ ਗਿਣਤੀ ਪੁੱਛੀ ਹੋਈ, ਉਹਦੇ ਕਿੰਨੇ ਫੇਸ ਹੈ ਇਹ ਸਾਨੂੰ ਪੁੱਛਿਆ ਹੋਏਗਾ। ਫਲਕਾਂ ਦੀ ਗਿਣਤੀ ਯਾਨੀ ਨੰਬਰ ਆਫ ਫੇਸਿਸ। ਤਾਂ ਦੇਖੋ ਜਿੰਨੇ ਘਨਾਬ ਦੇ ਫੇਸ ਹੋਣਗੇ ਉਨੇ ਹੀ ਹੋਣਗੇ। ਘਨਾਬ ਦੇ ਕਿੰਨੇ ਫੇਸ ਹੁੰਦੇ, ਹੁਣ ਕਮਰੇ ਦੇ ਕਿੰਨੇ ਫੇਸ ਹੁੰਦੇ, ਦੇਖੋ 4 ਦੀਵਾਰਾਂ ਹੁੰਦੀਆਂ, ਇੱਕ ਫਰਸ਼ ਹੁੰਦੀ ਹੈ, ਇੱਕ ਛੱਤ ਹੁੰਦੀ ਹੈ। ਤਾਂ ਕਿੰਨੇ ਹੋ ਗਏ, 6 ਹੋ ਗਏ। 4 ਤਾਂ ਦੀਵਾਰਾਂ ਹੋ ਗਈਆਂ, ਇੱਕ ਫਰਸ਼ ਔਰ ਇੱਕ ਛੱਤ, ਕਿੰਨੇ ਫੇਸ ਹੋ ਗਏ, 6 ਹੋ ਗਏ। ਤਾਂ 6 ਕੀ ਹੁੰਦੇ, ਉਹਦੇ ਫੇਸ ਹੁੰਦੇ। ਤਾਂ ਸਾਡਾ ਜਿਹੜਾ ਕੁਐਸਚਨ ਦਾ ਆਨਸਰ ਸੀਗਾ ਫਸਟ ਆਪਸ਼ਨ ਸਾਡਾ ਕੀ ਹੈਗਾ, ਰਾਈਟ ਆਨਸਰ ਹੈ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। ਦੇਖੋ ਬੇਟਾ, ਦਿੱਤੇ ਗਏ ਚਿੱਤਰ ਵਿੱਚ ਐਕਸ ਦਾ ਮਾਪ ਕੀ ਹੈ। ਤਾਂ ਜੇ ਤੁਸੀਂ ਡਾਇਗਰਾਮ ਨੂੰ ਦੇਖੋ, ਆ ਸਾਡੇ ਕੋਲ ਜਿਹੜਾ ਐਕਸ ਹੈ ਇਹ ਬਾਹਰੀ ਕੋਣ ਹੈ, ਐਕਸਟੀਰੀਅਰ ਐਂਗਲ ਹੈ ਬੇਟਾ। ਇਹ ਕਿਹੜਾ ਐਂਗਲ ਹੈ, ਐਕਸਟੀਰੀਅਰ ਐਂਗਲ ਹੈ ਕਿਸ ਦਾ, ਟ੍ਰਾਇੰਗਲ ਦਾ, ਬਾਹਰੀ ਕੋਣ। ਤਾਂ ਜਿਹੜਾ ਬਾਹਰੀ ਕੋਣ ਹੁੰਦਾ ਕਿਸੇ ਟ੍ਰਾਇੰਗਲ ਦਾ, ਐਕਸਟੀਰੀਅਰ ਐਂਗਲ ਹੁੰਦਾ, ਉਹ ਅੰਦਰਲੇ ਸਨਮੁਖ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ। ਉਹਨਾਂ ਦੋਨਾਂ ਦੇ ਜਿਹੜੇ ਸਮ ਦੇ ਕੀ ਹੋਊਗਾ, ਉਹ ਇਕੁਅਲ ਹੋਊਗਾ। ਇਹਨਾਂ ਦੋਨਾਂ ਦੇ ਸਮ ਦੇ ਕੀ ਹੋਊਗਾ, ਇਕੁਅਲ ਹੋਊਗਾ। ਤਾਂ ਐਕਸ ਦੀ ਜਿਹੜੀ ਵੈਲਿਊ ਹੋਊਗੀ 60 ਤੇ 70 ਦੇ ਜੋੜ ਦੇ ਬਰਾਬਰ ਹੋਊਗੀ। ਇਹਨਾਂ ਨੂੰ ਜਦੋਂ ਅਸੀਂ ਜੋੜ ਦਾਂਗੇ 60 ਤੇ 70 ਨੂੰ ਕਿੰਨਾ ਆ ਗਿਆ, 130 ਡਿਗਰੀ। ਤਾਂ ਸਾਡਾ ਰਾਈਟ ਆਨਸਰ ਕਿੰਨਾ ਆ ਗਿਆ, 130 ਡਿਗਰੀ। ਤਾਂ ਇਹ ਸਾਡਾ ਆਪਸ਼ਨ ਕਿਹੜਾ ਹੈਗਾ, ਸੈਕਿੰਡ। ਜਿਹੜਾ ਬਾਹਰੀ ਕੋਣ ਹੁੰਦਾ ਹੈ ਅੰਦਰਲੇ ਸਨਮੁਖ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਕਿਸੇ ਟ੍ਰਾਇੰਗਲ ਦੇ ਵਿੱਚ। ਚਲੋ ਨੈਕਸਟ ਕੁਐਸਚਨ ਦੇਖੋ ਬੇਟਾ, 21st ਕੁਐਸਚਨ ਹੈ ਸਾਡੇ ਕੋਲ। ਦਿੱਤੇ ਗਏ ਚਿੱਤਰ ਵਿੱਚ x/2 ਦਾ ਮੁੱਲ ਕੀ ਹੋਊਗਾ। x/2 ਦਾ ਜਿਹੜਾ ਮਾਪ ਹੈ, ਮੈਜਰਮੈਂਟ ਹੈ, ਉਹ ਅਸੀਂ ਦੱਸਣੀ ਹੈ। ਤਾਂ ਦੇਖੋ ਜਿਹੜੇ ਦੋਨੋਂ ਐਂਗਲ ਹੈ x ਔਰ 70 ਡਿਗਰੀ ਡਾਇਗਰਾਮ ਦੇ ਵਿੱਚ ਦੋਨੋਂ ਕੀ ਹੈ, ਇੱਕ ਪੂਰੀ ਦੇਖੋ ਡੀ ਬਣਾ ਰਹੇ ਹੈ। ਦੋਨੋਂ ਇੱਕ ਹੀ ਹੈ, ਲੀਨੀਅਰ ਪੇਅਰ ਹੈ, ਰੇਖੀ ਜੋੜ ਹੈ। ਤਾਂ ਦੋਨਾਂ ਦਾ ਜਿਹੜਾ ਜੋੜ ਹੋਊਗਾ x ਦਾ ਔਰ 70 ਡਿਗਰੀ ਦਾ ਕਿਸ ਦੇ ਬਰਾਬਰ ਹੋਊਗਾ, 180 ਡਿਗਰੀ ਦੇ। ਦੋਨੋਂ ਕੋਣਾਂ ਦਾ ਜੋੜ ਕਿੰਨਾ ਬਣ ਜੂਗਾ, 180 ਡਿਗਰੀ। ਔਰ x ਦੀ ਵੈਲਿਊ ਕੱਢਣੀ ਹੋਵੇ ਜੇ ਅਸੀਂ
70 डिग्री ਨੂੰ ਅਸੀਂ ਪਰਲੀ ਸਾਈਡ ਲੈ ਜਾਂਦੇ ਹਾਂ, ਉੱਧਰ ਜਾ ਕੇ ਕਾਹਦਾ ਹੋ ਜਾਊਗਾ, ਇਹ ਮਾਈਨਸ ਦਾ। ਹੁਣ 180 ਦੇ ਵਿੱਚੋਂ ਅਸੀਂ 70 ਘਟਾਤਾ, ਕਿੰਨਾ ਆ ਗਿਆ 110 डिग्री। ਸਾਨੂੰ ਜਿਹੜੀ ਵੈਲਿਊ ਪੁੱਛੀ ਸੀ ਬੇਟਾ ਉਹ ਕਿਸ ਦੀ ਪੁੱਛੀ ਸੀ, x/2 ਦੀ ਵੈਲਿਊ ਪੁੱਛੀ ਹੋਈ ਹੈ। x ਦੀ ਵੈਲਿਊ 110 डिग्री आई सी। ਉਹਨੂੰ ਜਦੋਂ 2 ਤੇ ਅਸੀਂ ਭਾਗ ਕਰਾਂਗੇ, ਡਿਵਾਈਡ ਕਰਾਂਗੇ, ਇਹਨੂੰ ਕੱਟ ਦਿੰਦੇ ਹਾਂ, 2 5 10, 2 5 10, ਤਾਂ ਕਿੰਨਾ ਆ ਗਿਆ ਇਹ 55 डिग्री। ਤਾਂ ਇਹ ਸਾਡਾ ਕੀ ਹੈਗਾ, ਰਾਈਟ ਆਨਸਰ। ਤਾਂ ਥਰਡ ਆਪਸ਼ਨ ਸਾਡਾ ਰਾਈਟ ਆਨਸਰ ਹੈ। ਅੱਗੇ ਨੈਕਸਟ ਕੁਐਸਚਨ ਦੇਖੋ ਜੀ, 22ਵਾਂ ਕੁਐਸਚਨ ਹੈ, ਇੱਕ ਡੱਬੇ ਵਿੱਚ ਲਾਲ ਬੰਟਿਆਂ ਦੀ ਸੰਖਿਆ ਦਾ ਨੀਲੇ ਬੰਟਿਆਂ ਦੀ ਸੰਖਿਆ ਦੇ ਨਾਲ ਅਨੁਪਾਤ ਕਿੰਨਾ ਹੈ, 4:7 ਹੈ। ਦੇਖੋ ਇੱਕ ਬਾਕਸ ਹੈ, ਉਸ ਦੇ ਵਿੱਚ ਕੁਝ ਰੈੱਡ ਮਾਰਬਲ ਨੇ, ਕੁਝ ਬਲੂ ਮਾਰਬਲ ਨੇ, ਉਹਨਾਂ ਦਾ ਜਿਹੜਾ ਰੇਸ਼ੋ ਹੈ ਕਿੰਨਾ 4:7 ਹੈ। ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਡੱਬੇ ਵਿੱਚ ਬੰਟਿਆਂ ਦੀ ਕੁੱਲ ਗਿਣਤੀ ਟੋਟਲ ਨੰਬਰ ਦੇ ਨਾਲ, ਕਿਹੜੀ ਜਿਹੜੀ ਇਹਨਾਂ ਦੇ ਵਿੱਚੋਂ ਨੰਬਰ ਹੈ ਕਿਹੜਾ ਉਹ ਟੋਟਲ ਗਿਣਤੀ ਯਾਨੀ ਕੁੱਲ ਗਿਣਤੀ ਹੋ ਸਕਦੀ ਹੈ, ਇਹ ਦੱਸਣਾ ਅਸੀਂ। ਠੀਕ ਹੈ, ਹੁਣ ਦੇਖੋ ਸਾਡੇ ਕੋਲੇ ਦੋ ਤਰ੍ਹਾਂ ਦੇ ਮਾਰਬਲ ਸੀਗੇ, ਇੱਕ ਤਾਂ ਰੈੱਡ ਔਰ ਇੱਕ ਕੀ ਸੀ ਸਾਡੇ ਕੋਲ ਬਲੂ। ਇੱਕ ਸਾਡੇ ਕੋਲ ਸੀਗਾ ਰੈੱਡ ਔਰ ਇੱਕ ਰੇਸ਼ੋ ਬਲੂ, ਇਹ ਸਾਨੂੰ ਦਿੱਤਾ ਹੋਇਆ। ਰੈੱਡ ਮਾਰਬਲ ਦਾ ਔਰ ਬਲੂ ਮਾਰਬਲ ਦਾ ਜਿਹੜਾ ਰੇਸ਼ੋ ਹੈ ਉਹ ਕਿੰਨਾ 4:7 ਹੈ। ਤਾਂ ਜੇ ਅਸੀਂ ਇਹਨੂੰ 2 ਨਾਲ ਮਲਟੀਪਲਾਈ ਕਰ ਦਈਏ, ਰੇਸ਼ੋ ਨੂੰ ਅਸੀਂ ਮਲਟੀਪਲਾਈ ਕਰ ਦਿੰਦੇ ਹਾਂ, ਜਿਹਨੂੰ ਆਪਾਂ 2 ਨਾਲ ਮਲਟੀਪਲਾਈ ਕਰ ਦਈਏ ਤਾਂ ਕਿੰਨਾ ਹੈਗਾ 4 ਦੂਣੀ 8, 7 ਦੂਣੀ 14। ਤਾਂ ਇਹ ਰੇਸ਼ੋ ਨੂੰ ਇਸ ਤਰੀਕੇ ਨਾਲ ਵੀ ਲਿਖਿਆ ਜਾ ਸਕਦਾ, ਜੇ 2 ਨਾਲ ਅਸੀਂ ਰੇਸ਼ੋ ਨੂੰ ਮਲਟੀਪਲਾਈ ਕਰ ਦਾਂਗੇ ਤਾਂ ਕਿੰਨਾ ਆ ਜਾਊਗਾ 8:14। ਜੇ ਅਸੀਂ 3 ਨਾਲ ਗੁਣਾ ਕਰਦੇ ਹਾਂ ਤਾਂ ਕਿੰਨਾ ਆ ਜਾਊਗਾ 4 ਤੀਏ 12, ਚੌਕੀ 7 ਤੀਆ 21। ਇਸ ਤਰੀਕੇ ਨਾਲ ਹੀ ਚੱਲਦਾ ਜਾਊਗਾ ਐਂਡ ਸੋ ਔਨ। ਹੁਣ ਜੇ ਅਸੀਂ ਟੋਟਲ ਦੀ ਗੱਲ ਕਰੀਏ, ਟੋਟਲ ਕੀ ਹੋ ਸਕਦਾ ਇਹਨਾਂ ਦਾ, ਦੇਖੋ ਜੇ 4 ਤੇ 7 ਲੈਂਦੇ ਹਾਂ ਅਸੀਂ ਤਾਂ ਟੋਟਲ ਕਿੰਨਾ ਆ ਗਿਆ 11। ਜੇ 8 ਤੇ 14 ਲੈਂਦੇ ਟੋਟਲ ਕਿੰਨਾ ਆ ਗਿਆ 22। 12 ਤੇ 21 ਲੈਂਦੇ ਟੋਟਲ ਕਿੰਨਾ ਆ ਗਿਆ 33। ਇਸ ਤਰੀਕੇ ਨਾਲ ਇਹ ਚੱਲਦਾ ਜਾਂਦਾ ਕੰਟੀਨਿਊਸ। ਤਾਂ ਹੁਣ ਜਿਹੜਾ ਟੋਟਲ ਹੈ ਉਹ ਕੀ ਹੋ ਸਕਦਾ ਹੈ, ਟੋਟਲ ਕੀ ਹੋ ਸਕਦਾ 11 ਵੀ ਹੋ ਸਕਦਾ। ਮੰਨ ਲਓ ਰੈੱਡ ਮਾਰਬਲ ਹੈ ਜਿਹੜੇ 4 ਲੈ ਲਈਏ, ਆਪਾਂ ਬਲੂ ਮਾਰਬਲ ਕਿੰਨੇ ਲੈ ਲਈਏ 7 ਲੈ ਲਈਏ, ਤਾਂ ਟੋਟਲ ਕਿੰਨਾ ਆਊਗਾ 11। ਜੇ ਰੈੱਡ ਮਾਰਬਲ ਅਸੀਂ 8 ਲੈਂਦੇ ਹਾਂ ਔਰ ਬਲੂ ਮਾਰਬਲ ਅਸੀਂ 14 ਲੈਂਦੇ ਹਾਂ ਤਾਂ ਜੋੜ ਕਿੰਨਾ ਆਊਗਾ 22। ਜੇ ਪਹਿਲਾਂ ਅਸੀਂ ਰੈੱਡ 12 ਲੈਂਦੇ ਹਾਂ ਔਰ ਬਲੂ 21 ਲੈਂਦੇ ਤਾਂ ਜੋੜ ਕਿੰਨਾ ਆਊਗਾ 33। ਯਾਨੀ ਜਿਹੜਾ ਜੋੜ ਹੈ ਟੋਟਲ ਹੈ ਉਹ 11 ਦਾ ਟੇਬਲ ਹੈ, 11 ਦਾ ਪਹਾੜਾ ਬਣ ਰਿਹਾ। ਤਾਂ ਇਹਨਾਂ ਦੇ ਵਿੱਚ 14 11 ਦੇ ਪਹਾੜੇ 'ਚ ਨਹੀਂ ਆਉਂਦੀ, 21 ਵੀ 11 ਦੇ ਪਹਾੜੇ 'ਚ ਨਹੀਂ ਆਉਂਦੀ ਔਰ 28 ਵੀ 11 ਦੇ ਪਹਾੜੇ 'ਚ ਨਹੀਂ ਆਉਂਦੀ। ਤਾਂ ਇੱਕੋ ਹੀ ਸੰਖਿਆ ਇੱਥੇ ਤੁਹਾਨੂੰ ਮਿਲ ਰਹੀ ਹੈ, ਥਰਡ ਆਪਸ਼ਨ 22, ਇਹ ਸਾਡਾ ਟੋਟਲ ਹੋ ਸਕਦਾ ਹੈ। ਤਾਂ ਇਹ ਸਾਡਾ ਕੀ ਹੈਗਾ ਰਾਈਟ ਆਨਸਰ ਹੈ। ਅੱਗੇ ਦੇਖੋ ਨੈਕਸਟ ਕੁਐਸਚਨ ਬੇਟਾ, ਅਗਲਾ ਸਾਡਾ ਜਿਹੜਾ ਪ੍ਰਸ਼ਨ ਹੈ ਉਹ ਹੈ, ਆਪਣੇ ਜੂਸ ਦਾ 1/3 ਹਿੱਸਾ ਪੀਣ ਤੋਂ ਬਾਅਦ ਜਸਪ੍ਰੀਤ ਨੇ ਬਾਕੀ ਬਚੇ ਜੂਸ ਦੇ ਹਿੱਸੇ ਦਾ 1/3 ਹਿੱਸਾ ਗੁਰਨੀਤ ਨੂੰ ਦਿੱਤਾ। ਤਾਂ ਗੁਰਨੀਤ ਨੂੰ ਜੂਸ ਦਾ ਕਿੰਨਾ ਹਿੱਸਾ ਮਿਲਿਆ ਇਹ ਅਸੀਂ ਦੱਸਣਾ। ਤਾਂ ਆਸਾਨ ਜਿਹਾ ਕੁਐਸਚਨ ਹੈ ਇਹ। ਦੇਖੋ ਬੇਟਾ ਟੋਟਲ ਮੰਨ ਲਓ ਜੂਸ ਦਾ ਜਿਹੜਾ ਬੇਟਾ ਗਲਾਸ ਸੀ ਉਹ 1 ਗਲਾਸ ਸੀਗਾ, ਠੀਕ ਹੈ। ਉਸ ਦੇ ਵਿੱਚੋਂ 1/3 ਹਿੱਸਾ ਜਿਹੜਾ ਜਸਪ੍ਰੀਤ ਨੇ ਕੀ ਕੀਤਾ ਪੀ ਲਿਆ, ਮਾਈਨਸ ਕਰ ਦਾਂਗੇ ਤਾਂ ਇਹ ਸਾਡੇ ਕੋਲ ਕੀ ਆ ਗਿਆ ਬਾਕੀ ਜੂਸ, ਜਿਹੜਾ ਗਲਾਸ ਬਾਕੀ ਬਚ ਗਿਆ ਉਹ ਪੂਰਾ 1 ਗਲਾਸ ਸੀ, ਉਹਦੇ ਵਿੱਚੋਂ ਉਸਨੇ 1/3 ਹਿੱਸਾ ਪੀ ਲਿਆ, ਠੀਕ ਹੈ। ਤਾਂ ਕਿੰਨਾ ਬਾਕੀ ਬਚਦਾ, ਇਹ ਤੋਂ ਐਲਸੀਐਮ ਲੈ ਲਓ, 3 ਲਘੁੱਤਮ ਆ ਗਿਆ ਤਾਂ 3 ਦੀ 1 ਨਾਲ ਗੁਣਾ ਕਰ ਦਾਂਗੇ, 3 × 3 ਮਾਈਨਸ 1 ਕਿੰਨਾ ਆ ਗਿਆ ਇਹ 2/3। ਤਾਂ ਬਾਕੀ ਜਿਹੜਾ ਜੂਸ ਹੈ ਕਿੰਨਾ ਬਚਿਆ 2/3 ਬਚਿਆ। ਫਿਰ ਅੱਗੇ ਕੀ ਕਿਹਾ, ਬਾਕੀ ਬਚੇ ਜੂਸ ਦਾ 1/3 ਹਿੱਸਾ ਗੁਰਨੀਤ ਨੂੰ ਦਿੱਤਾ। ਤਾਂ ਗੁਰਨੀਤ ਨੂੰ ਕਿੰਨਾ ਹਿੱਸਾ ਮਿਲਿਆ, ਗੁਰਨੀਤ ਨੂੰ ਮਿਲਿਆ ਹਿੱਸਾ, ਦੇਖੋ ਕਿੰਨਾ ਮਿਲਿਆ ਉਹਨੂੰ, ਜਿਹੜਾ ਬਾਕੀ ਜੂਸ ਸੀਗਾ, ਬਾਕੀ ਬਚਾ ਜੂਸ ਕਿੰਨਾ ਸੀ 2/3, 2/3 ਉਸ ਦਾ ਵੀ ਉਹਨਾਂ ਨੇ ਕਿੰਨਾ ਦਿੱਤਾ ਦਾ 1/3 ਹਿੱਸਾ। ਇਹ ਕਿਹਾ ਹੋਇਆ ਦੇਖੋ ਬਾਕੀ ਬਚੇ ਜੂਸ ਦੇ ਹਿੱਸੇ ਦਾ 1/3 ਹਿੱਸਾ ਗੁਰਨੀਤ ਨੂੰ ਦਿੱਤਾ। ਜਿਹੜਾ ਬਾਕੀ ਸੀ ਉਹ ਕਿੰਨਾ ਸੀਗਾ 2/3, ਫਿਰ ਉਸ ਦਾ ਵੀ 1/3 ਦਿੱਤਾ ਹੈ। ਤਾਂ 2/3
ਜਿਹੜਾ ਦਾ ਹੈ ਉਹਦੀ ਜਗ੍ਹਾ ਤੇ ਅਸੀਂ ਗੁਣਾ ਦਾ ਨਿਸ਼ਾਨ ਲਗਾ ਲਾਂਗੇ, ਬਟਾ ਗੁਣਾ 1/3, ਤਾਂ ਇਹ ਹੈਗਾ 2/9। ਤਾਂ ਇਹ ਸਾਡਾ ਆਨਸਰ ਦੇਖੋ ਕਿੰਨਾ 2/9। ਹਾਂ, ਲਾਸਟ ਆਪਸ਼ਨ ਦੇ ਵਿੱਚ ਹੈਗਾ, ਇਹੀ ਸਾਡਾ ਕੀ ਹੈ ਬੇਟਾ ਰਾਈਟ ਆਨਸਰ ਹੈ। ਅੱਗੇ ਨੈਕਸਟ ਕੁਐਸਚਨ ਦੇਖੋ, ਇਹਦਾ ਸਕਰੀਨਸ਼ਾਟ ਲੈ ਲਓ। ਅਗਲਾ ਜਿਹੜਾ ਸਾਡੇ ਕੋਲੇ ਕੁਐਸਚਨ ਹੈ ਦੇਖੋ 24th ਕੁਐਸਚਨ ਬੇਟਾ ਕੀ ਹੈ, ਇਹਨਾਂ ਵਿੱਚੋਂ ਕਿਹੜੇ ਪੂਰਨ ਵਰਗ, ਪਹਿਲੀ ਗੱਲ ਤਾਂ ਪੂਰਨ ਵਰਗ ਸੰਖਿਆ ਦੀ ਹੋ ਰਹੀ ਹੈ, ਠੀਕ ਹੈ, ਪਰਫੈਕਟ ਸਕੁਅਰ ਨੰਬਰ ਦੀ ਗੱਲ ਹੋ ਰਹੀ ਹੈ, ਦੇ ਅਭਾਜ ਗੁਣਨਖੰਡ ਨਹੀਂ ਹਨ। ਤਾਂ ਜਿਹੜੇ ਗੁਣਨਖੰਡ ਆ ਉਹ ਕੀ ਹੋਣੇ ਚਾਹੀਦੇ ਹੈ, ਅਭਾਜ ਹੋਣੇ ਚਾਹੀਦੇ। ਤਾਂ ਪਹਿਲਾ ਜਿਹੜਾ ਕੁਐਸਚਨ ਦਾ ਪਹਿਲਾ ਆਨਸਰ ਹੈ ਦੇਖੋ, ਜਿਹੜਾ ਪੂਰਨ ਵਰਗ ਸੰਖਿਆ ਹੁੰਦੀ ਹੈ ਬੇਟਾ, ਜਿਵੇਂ ਪੂਰਨ ਵਰਗ ਸੰਖਿਆ ਜੇ ਅਸੀਂ ਲਿਖਦੇ ਹਾਂ ਉਹ ਕਿਹੜੀ ਹੋਊਗੀ, ਇੱਕ ਮਿੰਟ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ। ਪੂਰਨ ਵਰਗ ਸੰਖਿਆ ਦੀ ਜੇ ਅਸੀਂ ਗੁਣਨਖੰਡ ਕਰਦੇ ਹਾਂ, ਮੰਨ ਲਓ ਇੱਕ ਐਗਜ਼ਾਮਪਲ ਲੈਂਦੇ ਅਸੀਂ, ਇੱਕ ਉਦਾਹਰਨ ਲੈਂਦਾ ਮੈਂ, ਐਗਜ਼ਾਮਪਲ ਹੈਗੀ ਆ ਉਹ ਮੰਨ ਲਓ 25 ਹੈ, ਤਾਂ 25 ਦੇ ਫੈਕਟਰ ਕੀ ਹੋਣਗੇ, ਗੁਣਨਖੰਡ ਕੀ ਹੋਣਗੇ, 5 ਗੁਣਾ 5। ਤਾਂ ਜਿਹੜੇ ਉਹਦੇ ਗੁਣਨਖੰਡ ਹੁੰਦੇ ਆ ਉਹ ਪੇਅਰ ਦੇ ਵਿੱਚ ਹੁੰਦੇ, ਜੋੜੇ ਦੇ ਰੂਪ 'ਚ ਹੁੰਦੇ ਆ। ਜੇ 5 ਇੱਕ ਵਾਰ ਨਹੀਂ ਆਊਗਾ, ਕਦੇ ਵੀ 2 ਵਾਰ ਆਊਗਾ, ਜਿਵੇਂ 5 ਗੁਣਾ 5। 9 ਹੈ, ਜਿਵੇਂ 9 ਦੇ ਗੁਣਨਖੰਡ ਕੀ ਹੋਣਗੇ, 3 ਗੁਣਾ 3। ਇਸ ਤਰ੍ਹਾਂ ਦੇ ਜਿਹੜੇ ਨੰਬਰ ਹੁੰਦੇ ਆ ਜਿਹਦੇ ਵਿੱਚ ਗੁਣਨਖੰਡ ਜੋੜੇ ਦੇ ਰੂਪ 'ਚ ਹੁੰਦੇ ਆ, ਉਹ ਸੰਖਿਆਵਾਂ ਪੂਰਨ ਵਰਗ ਸੰਖਿਆਵਾਂ ਹੁੰਦੀਆਂ। ਪਹਿਲੀ ਗੱਲ ਤਾਂ ਇਸ ਗੱਲ ਨੂੰ ਤੁਸੀਂ ਕੀ ਰੱਖਣਾ ਹੈਗਾ, ਯਾਦ ਰੱਖਣਾ ਹੈਗਾ, ਠੀਕ ਹੈ। ਹੁਣ ਅੱਗੇ ਚੱਲਦੇ ਹਾਂ। ਪਹਿਲਾ ਜਿਹੜਾ ਸਾਡੇ ਕੋਲੇ ਆਨਸਰ ਦਿੱਤਾ ਹੋਇਆ, ਇਹਦੇ ਵਿੱਚ ਆ ਦੇਖੋ ਪੇਅਰ 'ਚ ਹੈ, 5 ਤੇ 5 2 ਵਾਰ ਹੈ, ਪਰ ਆਹ 2 ਵਾਰ ਨਹੀਂ ਹੈਗਾ, ਦੇਖੋ 3 ਸਿੰਗਲ ਵਾਰ ਹੈ, 2 ਵੀ ਇੱਕ ਵਾਰ ਹੈ ਨਾ। ਤਾਂ ਇਹ ਤਾਂ ਸਾਡਾ ਆਨਸਰ ਹੋ ਹੀ ਨਹੀਂ ਸਕਦਾ, ਇਹ ਤਾਂ ਪੂਰਨ ਵਰਗ ਸੰਖਿਆ ਹੀ ਹੈ ਨਹੀਂ ਗੀ, ਠੀਕ ਹੈ। ਅੱਗੇ ਹੈ 2 ਦੇਖੋ 2 ਵਾਰ ਹੈ, 7 2 ਵਾਰ ਹੈ, 5 2 ਵਾਰ ਹੈ, 3 ਸਿੰਗਲ ਰਹਿ ਗਿਆ ਇੱਥੇ ਤੀਜੇ ਆਪਸ਼ਨ 'ਚ, ਇਹ ਵੀ ਸਾਡਾ ਆਨਸਰ ਨਹੀਂ ਹੋ ਸਕਦਾ। ਹੁਣ ਅੱਗੇ ਚੱਲਦੇ ਹਾਂ। ਦੇਖੋ ਇੱਥੇ ਕੀ ਹੈ 11 11, ਠੀਕ ਹੈ 2 ਵਾਰ ਹੈ, ਇੱਥੇ ਵੀ ਪੇਅਰ 2 ਵਾਰ ਹੈ, 3 3, ਇਹ ਵੀ 2 ਵਾਰ ਹੈ, ਇਹ ਵੀ 2 ਵਾਰ। ਇਹ ਸੰਖਿਆ ਜਿਹੜੀ ਪੂਰਨ ਵਰਗ ਸੰਖਿਆ ਹੈਗੀ ਹੈ, ਕਿਹੜੀ ਸੰਖਿਆ ਇਹ, ਪੂਰਨ ਵਰਗ, ਠੀਕ ਹੈ। ਇਹ ਸਾਡਾ ਆਨਸਰ ਹੋ ਸਕਦਾ, ਇਹ ਜਿਹੜਾ ਨੰਬਰ ਹੈ ਇਹ ਪਰਫੈਕਟ ਸਕੁਅਰ ਹੈਗਾ। ਅਗਲੇ 'ਚ ਦੇਖਿਆ ਮੈਂ, ਉੱਥੇ ਵੀ ਧਿਆਨ ਨਾਲ ਦੇਖੋ 5 ਗੁਣਾ 5, 4 ਗੁਣਾ 4, 3 ਗੁਣਾ 3। ਦੂਸਰੇ ਆਪਸ਼ਨ ਦੀ ਗੱਲ ਹੋ ਰਹੀ ਹੈ, ਚੌਥੇ ਆਪਸ਼ਨ ਨੂੰ ਆਪਾਂ ਚੈੱਕ ਕਰ ਲਿਆ ਸੀ, ਹੁਣ ਦੂਸਰੇ ਆਪਸ਼ਨ ਨੂੰ ਮੈਂ ਚੈੱਕ ਕਰ ਰਿਹਾ। ਇਹ ਵੀ ਸੰਖਿਆ ਕੀ ਹੈ, ਪੂਰਨ ਵਰਗ ਹੈਗੀ ਹੈ, ਪਰਫੈਕਟ ਨੰਬਰ ਹੈਗਾ। ਪਰ ਸਾਨੂੰ ਕੀ ਕਿਹਾ ਹੋਇਆ ਸੀ, ਕਿਹੜੀ ਪੂਰਨ ਵਰਗ ਸੰਖਿਆ ਦੇ ਅਭਾਜ ਗੁਣਨਖੰਡ ਨਹੀਂ ਹਨ। ਆਹ ਜਿਹੜਾ 2 ਹੈ ਦੇਖੋ ਉਹ ਵੀ ਅਭਾਜ ਸੰਖਿਆ, 3 ਵੀ ਅਭਾਜ ਸੰਖਿਆ, 5 ਵੀ ਅਭਾਜ ਸੰਖਿਆ, 11 ਵੀ ਅਭਾਜ ਸੰਖਿਆ, ਜਾਨੀ ਪ੍ਰਾਈਮ ਨੰਬਰ ਨੇ। ਕਿਹੜੇ ਹੈਗੇ, ਪ੍ਰਾਈਮ ਨੰਬਰ, ਜਾਨੀ ਅਭਾਜ ਸੰਖਿਆਵਾਂ ਹੈਗੀਆਂ, ਠੀਕ ਹੈ। ਪਰ ਆਪਾਂ ਨੂੰ ਕੀ ਪੁੱਛਿਆ ਸੀ, ਨਹੀਂ ਹੈ ਪੁੱਛਿਆ ਹੋਇਆ। ਤਾਂ ਜਿਹੜਾ ਦੂਸਰਾ ਆਪਸ਼ਨ ਹੈ ਬੇਟਾ 3 ਹੈ, ਜਿਹੜੀ ਅਭਾਜ ਸੰਖਿਆ ਹੈਗੀ ਹੈ, 5 ਵੀ ਅਭਾਜ ਸੰਖਿਆ, ਪਰ ਜਿਹੜਾ ਵਿਚਾਲੇ ਦੇਖੋ ਜਿਹੜਾ ਤੁਹਾਨੂੰ 4 ਮਿਲ ਰਿਹਾ, 4 ਗੁਣਾ 4, 4 ਹੈ ਜਿਹੜਾ ਉਹ ਅਭਾਜ ਸੰਖਿਆ ਨਹੀਂ ਹੈਗਾ, ਉਹ ਪ੍ਰਾਈਮ ਨੰਬਰ ਨਹੀਂ ਹੈਗਾ, ਉਹ ਕਿਹੜਾ ਹੈਗਾ, ਭਾਜ ਸੰਖਿਆ, ਕੰਪੋਜਿਟ ਨੰਬਰ ਹੈ। ਤਾਂ ਇਸ ਕਰਕੇ ਸੈਕਿੰਡ ਜਿਹੜਾ ਆਪਸ਼ਨ ਹੈ, ਇਹ ਜਿਹੜਾ ਹੈਗਾ ਗੁਣਨਖੰਡ ਹੈ ਉਹ ਅਭਾਜ ਗੁਣਨਖੰਡ ਨਹੀਂ ਹੈਗੇ। ਤਾਂ ਇਹ ਸਾਡਾ ਕੀ ਹੈਗਾ, ਰਾਈਟ ਆਨਸਰ ਹੈ। ਸੈਕਿੰਡ ਆਪਸ਼ਨ ਸਾਡਾ ਕੀ ਹੈਗਾ, ਰਾਈਟ ਆਨਸਰ। ਫੋਰਥ ਆਪਸ਼ਨ ਦੇ ਵਿੱਚ ਜਿਹੜੇ ਗੁਣਨਖੰਡ ਸੀ ਉਹ ਸਾਰੇ ਅਭਾਜ ਸੰਖਿਆ ਸੀਗੇ, ਸੈਕਿੰਡ ਦੇ ਵਿੱਚ ਸਾਰੇ ਗੁਣਨਖੰਡ ਅਭਾਜ ਨਹੀਂ ਹੈਗੇ। ਤਾਂ ਇਸ ਕਰਕੇ ਸੈਕਿੰਡ ਆਪਸ਼ਨ ਸਾਡਾ ਰਾਈਟ ਆਨਸਰ ਹੈ। ਅੱਗੇ ਨੈਕਸਟ ਕੁਐਸਚਨ 25ਵਾਂ ਕੁਐਸਚਨ ਦੇਖੋ ਬੇਟਾ ਕੀ ਹੈਗਾ, ਹੇਠਾਂ ਲਿਖਿਆ ਵਿੱਚੋਂ ਕਿਹੜਾ ਕਥਨ ਗਲਤ ਹੈ, ਅਸੀਂ ਦੱਸਣਾ। ਪਹਿਲਾ ਹੈ ਸਮਚਤੁਰਭੁਜ ਦੇ ਸਾਰੇ 4 ਕੋਣ ਬਰਾਬਰ ਹੁੰਦੇ ਹਨ। ਇਹੀ ਆਪਸ਼ਨ ਬੇਟਾ ਗਲਤ ਹੈ, ਪਹਿਲੇ 'ਚ ਹੀ ਮਿਲ ਗਿਆ ਸਾਨੂੰ, ਕਿਉਂ, ਇੱਕ ਤੁਹਾਨੂੰ ਡਾਇਗਰਾਮ ਬਣਾ ਕੇ ਦਿਖਾਉਣੇ ਆ। ਮੰਨ ਲਓ ਅਸੀਂ ਇੱਕ ਸਮਚਤੁਰਭੁਜ ਜੇ ਬਣਾਉਣੇ ਆ, ਜਿਹੜੀ ਉਹਦੀ ਸ਼ੇਪ ਹੈ ਬੇਟਾ ਇਸ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਅਸੀਂ ਬਾਜ਼ਾਰ 'ਚੋਂ ਬਰਫੀ ਵਗੈਰਾ ਖਰੀਦਦੇ ਹਾਂ, ਉਹਦੀ ਟਿੱਕੀ ਤੁਸੀਂ ਦੇਖੀ ਹੋਣੀ ਹੈ, ਉਹਦੀ ਸ਼ੇਪ ਤੁਹਾਨੂੰ ਇਹੋ ਜਿਹੀ ਮਿਲੂਗੀ, ਠੀਕ ਹੈ। ਤਾਂ ਇਹਦੀਆਂ ਸਾਰੀਆਂ ਭੁਜਾਵਾਂ ਜਿਹੜੀਆਂ ਬਰਾਬਰ ਹੁੰਦੀਆਂ। ਪਹਿਲੀ ਗੱਲ ਜਿਹੜੀ ਇਹ ਆਪਾਂ ਸਮਚਤੁਰਭੁਜ ਬਣਾਈ ਹੈ, ਰੋਮਬਸ ਬਣਾਈ ਹੈ, ਆਹ ਭੁਜਾ ਇਹਦੇ ਬਰਾਬਰ ਹੈ, ਸਾਰੀਆਂ ਭੁਜਾਵਾਂ ਆਪਸ ਦੇ ਵਿੱਚ ਕੀ ਹੈ, ਬਰਾਬਰ ਹੈ। ਤੁਸੀਂ ਜੇ ਧਿਆਨ ਨਾਲ ਬੇਟਾ ਦੇਖੋ, ਆਹ ਕੋਣ ਹੈ ਜਿਹੜਾ ਕਿੰਨਾ ਹੋ ਸਕਦਾ ਹੈ, 90 ਤੋਂ ਜ਼ਿਆਦਾ ਹੈ। ਔਰ ਜਿਹੜਾ ਆਹ ਹੇਠਾਂ ਕੋਣ ਬਣ ਰਿਹਾ ਇਹ 90 ਤੋਂ ਘੱਟ ਹੈ। ਇਹ ਦੋਨੋਂ ਕੋਣ ਦੇਖਣ 'ਚ ਹੀ ਪਤਾ ਲੱਗ ਰਿਹਾ ਹੈ ਇਹ ਬਰਾਬਰ ਨਹੀਂ ਹੈਗੇ। ਇਹ ਜਿਹੜਾ ਕੋਣ ਹੈ 90 ਡਿਗਰੀ ਤੋਂ ਛੋਟਾ ਹੈ, ਸਾਨੂੰ ਪਤਾ ਲੱਗ ਰਿਹਾ ਨਿਊਨ ਕੋਣ ਹੈ, ਇਹ ਦੇਖਣ 'ਚ ਹੀ ਪਤਾ ਲੱਗ ਰਿਹਾ। ਔਰ ਜਿਹੜਾ ਆਹ ਵਾਲਾ ਕੋਣ ਮੈਂ ਬਣਾਇਆ ਹੋਇਆ ਹੈ ਇਹ ਕੀ ਹੈ, 90 ਡਿਗਰੀ ਤੋਂ ਜ਼ਿਆਦਾ ਹੈ, ਸਮਕੋਣ ਤੋਂ ਵੱਧ ਹੈ। ਤਾਂ ਦੋਨੇ ਕੋਣ ਇਹ ਆਪਸ ਦੇ ਵਿੱਚ ਬਰਾਬਰ
नहीं हैगे। ਤਾਂ ਇਹ ਪਹਿਲੀ ਗੱਲ ਇਹਨਾਂ ਨੇ ਕਹੀ ਸੀ ਸਮ ਚਤੁਰਭੁਜ ਦੇ ਸਾਰੇ ਕੋਣ ਬਰਾਬਰ ਹੁੰਦੇ ਆ। ਪਹਿਲੇ ਆਪਸ਼ਨ ਦੇ ਵਿੱਚ ਹੀ ਸਾਨੂੰ ਮਿਲ ਗਿਆ ਜਿਹੜਾ ਗਲਤ ਕਥਨ ਹੈ ਉਹ ਇਹੀ ਹੈ। ਠੀਕ ਹੈ, ਸੈਕੰਡ ਆਪਸ਼ਨ ਕੀ ਸੀ ਉਹ ਵੀ ਚੈੱਕ ਕਰ ਲੈਂਦੇ ਹਾਂ। ਸਮ ਚਤੁਰਭੁਜ ਦੇ ਵਿਕਰਨ ਇੱਕ ਦੂਸਰੇ ਨੂੰ ਲੰਬ ਤੇ ਸਮਦੁਭਾਜਿਤ ਕਰਦੇ ਹਾਂ। ਠੀਕ ਆ, ਦੇਖੋ 90 ਦੇ ਕੋਣ ਤੇ ਕੱਟਦੇ ਆ ਵਿਕਰਨ ਇੱਕ ਦੂਸਰੇ ਨੂੰ। ਬਿਲਕੁਲ ਮਿਡਲ ਦੇ ਵਿੱਚ ਜਿਹੜਾ ਕੋਣ ਬਣਦਾ ਉਹ ਕਿੰਨਾ ਬਣਦਾ ਹੁੰਦਾ ਹੈ 90 ਡਿਗਰੀ। ਫਿਰ ਇੱਕ ਆਇਤ ਇੱਕ ਸਮਾਂਤਰ ਚਤੁਰਭੁਜ ਹੁੰਦਾ, ਇਹ ਵੀ ਠੀਕ ਹੈ। ਸਾਰੇ ਵਰਗ ਆਇਤ ਹੁੰਦੇ ਆ, ਇਹ ਵੀ ਠੀਕ ਹੈ। ਤਾਂ ਇਸ ਕਰਕੇ ਜਿਹੜਾ ਪਹਿਲਾ ਆਪਸ਼ਨ ਸੀ ਉਹੀ ਸਾਡਾ ਰਾਈਟ ਆਨਸਰ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ। 26 ਕੁਐਸਚਨ ਦੇਖੋ ਕੀ ਹੈ। ਇਹ ਸਾਰਨੀ ਇੱਕ ਕਲਾਸ ਦੇ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਗਏ ਟੈਸਟ ਦੇ ਅੰਕਾਂ ਨੂੰ ਦਰਸਾਉਂਦੀ ਹੈ। ਕਿੰਨੇ ਵਿਦਿਆਰਥੀਆਂ ਨੇ 6 ਤੋਂ ਘੱਟ ਅੰਕ ਪ੍ਰਾਪਤ ਕੀਤੇ? ਲੈਸ ਦੈਨ 6 ਵਾਲੇ ਅਸੀਂ ਸਟੂਡੈਂਟਸ ਦੱਸਣੇ ਆ। ਹਾਊ ਮੈਨੀ ਸਟੂਡੈਂਟਸ ਸਕੋਰਡ ਲੈਸ ਦੈਨ 6? ਤਾਂ ਦੇਖੋ ਥੋੜ੍ਹਾ ਜਿਹਾ ਮੈਂ ਬੇਟਾ ਇਹਨੂੰ ਜ਼ੂਮ ਕਰ ਦੇਣਾ, ਤੁਹਾਨੂੰ ਸਮਝ ਧਿਆਨ ਨਾਲ ਦਿਖ ਜੂਗਾ। ਆਹ ਸਾਡੇ ਕੋਲ ਇੱਕ ਟੇਬਲ ਦਿੱਤੀ ਹੋਈ ਹੈ। ਇੱਧਰਲੀ ਸਾਈਡ ਸਾਡੇ ਕੋਲ ਦੇਖੋ ਮਾਰਕਸ ਨੇ। 6 ਤੋਂ ਘੱਟ ਅਸੀਂ ਲੈਣੇ ਆ। 6 ਤੋਂ ਘੱਟ ਲੈਸ ਦੈਨ 6, 6 ਤੋਂ ਘੱਟ ਵਾਲੇ ਅਸੀਂ ਵਿਦਿਆਰਥੀ ਦੇਖਣੇ ਕਿਹੜੇ ਆ ਲੈਸ ਦੈਨ 6। ਦੇਖੋ 6 ਤੋਂ ਘੱਟ ਵਾਲੇ ਜਾਨੀ ਜਿਨ੍ਹਾਂ ਦੇ 1 ਤੋਂ ਲੈ ਕੇ 5 ਤੱਕ ਅੰਕ ਹੋਣਗੇ ਉਹ ਕਿੰਨੇ ਆ? 1 ਵਾਲੇ ਕਿੰਨੇ ਵਿਦਿਆਰਥੀ ਹੈ? 2 ਹੈ ਜਿਨ੍ਹਾਂ ਨੇ 1 ਅੰਕ ਪ੍ਰਾਪਤ ਕੀਤਾ, ਔਰ ਜਿਨ੍ਹਾਂ ਨੇ 2 ਪ੍ਰਾਪਤ ਕੀਤੇ ਉਹ ਕਿੰਨੇ? 4 ਹੈ। ਫਿਰ ਇਸੇ ਤਰ੍ਹਾਂ 3 ਵਾਲੇ 7, ਫਿਰ ਸਾਡੇ ਕੋਲੇ ਹੈਗੇ 8, ਉਸ ਤੋਂ ਬਾਅਦ ਹੈਗੇ 5 ਵਾਲੇ ਕਿੰਨੇ ਹੈਗੇ? 3। ਇਹਨਾਂ ਨੂੰ ਅਸੀਂ ਜੋੜ ਦਾਂਗੇ ਤਾਂ ਸਾਡਾ ਆਨਸਰ ਆ ਜਾਊਗਾ 2 ਤੇ 4 6, 6 ਤੇ 7 13, 13 ਤੇ 8 ਹੋ ਗਏ ਸਾਡੇ ਕੋਲ 21, 21 ਤੇ 3 ਕਿੰਨੇ ਹੋ ਗਏ? 24। ਤਾਂ ਸਾਡਾ ਜਿਹੜਾ ਆਨਸਰ ਹੈ ਕਿੰਨਾ ਹੈ? 24 ਸਟੂਡੈਂਟਸ। ਤਾਂ ਜਿਹੜੇ ਆ ਵਿਦਿਆਰਥੀ ਹੈ ਇੱਥੋਂ ਲੈ ਕੇ ਇੱਥੋਂ ਤੱਕ ਇਹ ਕਿੰਨੇ ਸਾਰੇ? 24 ਹੈ। ਤਾਂ ਇਹੀ ਸਾਡਾ ਰਾਈਟ ਆਨਸਰ ਹੈ। ਦੇਖੋ ਕਿਹੜੇ ਆਪਸ਼ਨ 'ਚ ਹੈ ਬੇਟਾ, ਇਹਨੂੰ ਚੈੱਕ ਕਰ ਲੈਂਦੇ ਆਪਾਂ। ਫਸਟ ਆਪਸ਼ਨ ਦੇ ਵਿੱਚ ਹੀ ਸਾਡੇ ਕੋਲ ਕੀ ਹੈਗਾ? ਰਾਈਟ ਆਨਸਰ ਮਿਲ ਜਾਏਗਾ। ਤਾਂ ਇਹੀ ਸਾਡਾ ਰਾਈਟ ਆਨਸਰ ਹੈ। ਅੱਗੇ ਨੈਕਸਟ ਕੁਐਸਚਨ ਦੇਖੋ 27। ਦੱਸਣਾ ਇਹਨਾਂ ਚੋਂ ਕਿਹੜੀ ਵੈਲਿਊ ਹੈ ਜਿਹੜੀ ਉਹ ਜਿਹੜਾ ਆਪਾਂ ਨੂੰ ਨੰਬਰ ਦਿੱਤਾ ਹੋਇਆ ਉਸਦੇ ਬਰਾਬਰ ਹੈ। ਇਸ ਨੂੰ ਅਸੀਂ ਦੱਸ ਦਿੰਦੇ ਹਾਂ। ਦੇਖੋ ਪਹਿਲਾਂ 16/9 ਦੀ ਗੁਣਾ ਕਿਹਦੇ ਨਾਲ ਹੋਊਗੀ? 5/7 ਨਾਲ। 16/9 ਦੀ ਗੁਣਾ ਕਿਸ ਨਾਲ? 5/7 ਨਾਲ। ਫਿਰ 16/9 ਦੀ ਗੁਣਾ ਕਿਸ ਨਾਲ ਹੋਊਗੀ? 13/4 ਨਾਲ। ਤਾਂ ਦੇਖੋ ਤੀਸਰੇ ਆਪਸ਼ਨ ਦੇ ਵਿੱਚ 16/9 ਦੀ ਗੁਣਾ ਪਹਿਲਾਂ ਕਿਸ ਦੇ ਨਾਲ ਹੋਗੀ? 5/7 ਨਾਲ। ਫਿਰ 16/9 ਦੀ ਗੁਣਾ ਕਿਸ ਨਾਲ ਹੋਗੀ? 13/4 ਨਾਲ। ਇਹਨੂੰ ਅਸੀਂ ਡਿਸਟਰੀਬਿਊਟਿਵ ਲਾ ਕਹਿੰਦੇ ਬੇਟਾ ਵੀ 16/9 ਦੀ ਜਦੋਂ ਅਸੀਂ ਗੁਣਾ ਕੀਤੀ ਹੈ, 2 ਨੰਬਰ ਆਪਾਂ ਐਗਜ਼ਾਮਪਲ ਨਾਲ ਕਰਦੇ ਇੱਕ ਮਿੰਟ। ਏ ਦੀ ਗੁਣਾ ਮੰਨ ਲਓ ਅਸੀਂ B + C ਨਾਲ ਕਰਨੀ, ਤਾਂ ਗੁਣਾ ਕਿਸ ਤਰ੍ਹਾਂ ਕਰਾਂਗੇ ਆਪਾਂ? ਪਹਿਲਾਂ ਏ ਦੀ ਗੁਣਾ B ਨਾਲ ਹੋ ਜਾਂਦੀ ਹੈ ਦੇਖੋ, ਪਲੱਸ ਫਿਰ ਏ ਦੀ ਗੁਣਾ ਕਿਸ ਨਾਲ ਹੋ ਜਾਂਦੀ ਹੈ? C ਨਾਲ। ਤਾਂ ਇਸ ਤਰੀਕੇ ਨਾਲ ਹੀ ਅਸੀਂ ਇੱਥੇ ਗੁਣਾ ਕੀਤੀ ਹੈ। ਪਹਿਲਾਂ 16/9 ਦੀ ਗੁਣਾ 5/7 ਨਾਲ ਕਰਤੀ, ਫਿਰ 16/9 ਦੀ ਗੁਣਾ 13/4 ਨਾਲ ਕਰਤੀ। ਥਰਡ ਆਪਸ਼ਨ ਦੇ ਵਿੱਚ ਸਾਨੂੰ ਇਹਦਾ ਜਿਹੜਾ ਆਨਸਰ ਹੈ ਉਹ ਮਿਲ ਰਿਹਾ। ਤਾਂ ਇਹੀ ਸਾਡਾ ਕੀ ਹੈਗਾ? ਰਾਈਟ ਆਨਸਰ। ਤਾਂ ਨੈਕਸਟ ਕੁਐਸਚਨ ਦੇਖੋ, ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਮੇਯ ਸੰਖਿਆ 1/10 ਔਰ 9/4 ਦੇ ਵਿਚਕਾਰ ਹੈ? ਦੇਖੋ 1/10 ਔਰ 9/4 ਦੇ ਵਿਚਕਾਰ ਹੈ, ਇਹ ਦੇਖਣਾ ਅਸੀਂ। ਪਹਿਲੀ ਜਿਹੜੀ ਸੰਖਿਆ ਦੇਖੋ ਉਹਦੇ ਬਟਾ ਕੀ ਹੈ ਬੇਟਾ? 20 ਹੈ। ਆਪਾਂ ਜੇ ਇੱਥੇ 20 ਬਣਾਉਣਾ ਹੋਵੇ ਤਾਂ ਸਾਨੂੰ ਕੀ ਕਰਨਾ ਪਊਗਾ? 2 ਨਾਲ ਗੁਣਾ ਥੱਲੇ ਕਰਨੀ ਪਊਗੀ, 2 ਨਾਲ ਗੁਣਾ ਉੱਪਰ ਕਰਨੀ ਪਊਗੀ। ਇੱਥੇ ਹੇਠਾਂ 20 ਬਣਾਉਣਾ ਹੈ, ਦੂਸਰੀ ਸੰਖਿਆ ਦੇ ਵਿੱਚ ਵੀ ਇੱਥੇ 5 ਨਾਲ ਗੁਣਾ ਹੇਠਾਂ ਕਰਨੀ ਪਊਗੀ। 4 5 20 ਹੁੰਦਾ। ਹੇਠਾਂ ਪਹਿਲਾਂ 2 ਨਾਲ ਕਿਉਂ ਕੀਤੀ? 10 ਦੂਣਾ 20 ਹੁੰਦਾ। ਠੀਕ ਹੈ, ਆਪਾਂ ਜਿਹੜਾ ਉਹਦਾ ਹਰ ਹੈ ਉਹ ਕਿੰਨਾ ਬਣਾ ਰਹੇ ਹਾਂ? 20 ਬਣਾ ਰਹੇ ਹਾਂ, 20 ਬਣਾ ਰਹੇ ਹਾਂ। ਜਿਹੜਾ ਉਹਦਾ ਡਿਨੋਮੀਨੇਟਰ ਹੈ ਉਸ ਨੂੰ 20 ਦੇ ਇਕੁਅਲ ਕਰ ਰਹੇ ਹਾਂ। ਤਾਂ ਇੱਥੇ 5 ਨਾਲ ਗੁਣਾ ਕਰਤੀ ਮੈਂ, ਉੱਪਰ ਵੀ ਔਰ ਹੇਠਾਂ ਵੀ। ਤਾਂ ਕਿੰਨਾ ਹੋ ਗਿਆ? ਦੇਖੋ 2 × 2, 10 ਦੂਣਾ 20, ਔਰ ਇਹ ਹੋ ਗਿਆ 9 5 45 ਤੇ 4 5 20। ਇਹਦੇ ਹੁਣ ਵਿੱਚ ਕਿਹੜੀਆਂ ਸੰਖਿਆਵਾਂ ਹੋਣਗੀਆਂ? 2/20 ਤੋਂ ਬਾਅਦ ਕਿਹੜੀ ਹੋਊਗੀ? 3/20 ਹੋਊਗੀ। ਉਸ ਤੋਂ ਬਾਅਦ ਕਿਹੜੀ ਹੋਊਗੀ? 4/20 ਹੋਊਗੀ। ਇਸ ਤਰੀਕੇ ਨਾਲ ਚੱਲਦਾ ਜਾਊਗਾ। ਤੇ ਔਰ ਲਾਸਟ ਤੇ ਕਿੰਨੀ ਹੋਊਗੀ? 44/20। ਇਸ ਤਰੀਕੇ ਨਾਲ ਆਪਾਂ ਸੰਖਿਆਵਾਂ ਇਹਨਾਂ ਦੇ ਵਿਚਕਾਰ ਲਿਖ ਸਕਦੇ ਹਾਂ। ਹੁਣ ਜੇ ਅਸੀਂ ਧਿਆਨ ਨਾਲ ਦੇਖੀਏ, ਜਦੋਂ ਇੱਥੋਂ ਅਸੀਂ ਲਿਖਣਾ ਸ਼ੁਰੂ ਕੀਤਾ ਪਹਿਲਾਂ ਦੇਖੋ 2/20 ਸੀ, ਉਸ ਤੋਂ ਬਾਅਦ 3/20 ਹੋਊ, ਫਿਰ 4/20, ਅੱਗੇ ਐਂ ਕੰਟੀਨਿਊਸ ਚੱਲਦੇ ਜਾਵਾਂਗੇ। ਇੱਥੇ 5/20 ਆ ਜਾਊਗਾ। ਫਿਰ ਨੈਕਸਟ ਵਿਚਕਾਰ ਜਾ ਕੇ ਇੱਕ ਜਗ੍ਹਾ ਤੇ ਇੱਥੇ 21/20 ਵੀ ਆਵੇਗਾ। ਤੇ ਲਾਸਟ ਤੇ ਫਿਰ ਕਿੰਨਾ ਹੋ ਜਾਊਗਾ? 44/20, ਤੇ ਉਸ ਤੋਂ ਬਾਅਦ 45/20। ਇਸ ਤਰੀਕੇ ਨਾਲ ਤਾਂ ਦੇਖੋ 21/20 ਇਹਦੇ ਵਿੱਚ ਆ ਗਈ ਸੰਖਿਆ। ਜੇ ਨਾ ਆਉਂਦੀ
जे ना आउंदी तां आपां हेठां अगले च किन्ना सी देखो 40 सी, फिर आपां हेठां 40 बना के देखदे। इस तरीके नाल आपां क्वेश्चन नूं कर सकते हैं। तो हुण इत्थे असीं देखिया भी जिहड़ी 21/20 संख्या इहदे विचकार आ रही है, तो यही साडा की हैगा पहला ऑप्शन ही, फस्ट ऑप्शन ही साडा की हैगा राइट आंसर है। ठीक है, तो आ जिहड़े आंसर है गलत है, ये नहीं हैगी। नैक्सट क्वेश्चन, इन्हां विचों किहड़ा दा डैश का वधिया अनुमान है। एक सानू संख्या दी हुई है, असीं अनुमान लगाना है, एस्टीमेट लगाना है। हुण एस्टीमेट किवें लगाया जांदा बेटा, जिवें 8.5 है जां 8.53 सॉरी जां 8 साडे कोल हैगा 49, तो जे तो देखो वैल्यू 0.50 तो ज़्यादा 8.50 तो ज़्यादा है, तो असीं इस नूं लैणे 9। जे 0.50 तो घट है, जिवें 8.49 है, तो इनू असीं लैणे 8। जानी 0.50 तो जे ज़्यादा है दशमलव, तो असीं उसनूं एक वधा के लिखते हैं, जे घट है तो उसनूं असीं छड्ड दिंदे हैं। ठीक है, तो हुण देखो आपां क्वेश्चन नूं किवें करदे हैं। इत्थे साडे कोले देखो 8.31 सी, 0.31 है साडे कोले, 0.50 तो लैस है, इस करके इनू असीं छड्ड दांगे। इनू असीं की लिखांगे 8, 8 का 8 ही लिखांगे। हुण अगे अगला है 5.89, ये 0.89 है साडे कोले, 0.50 तो ज़्यादा है, 0.50 तो की है ज़्यादा है, इस करके इनू असीं एक जिहड़ी वैल्यू है उस दे विच एक जोड़ दांगे। पहला 5 पॉइंट सी, कितना लिखांगे इनू 6, ये यानी 6 के नीयर है, किस दे नेड़े है, 6 के नेड़े है। यानी कहना मतलब ये है, देखो 2 नंबर है 5 ते 6, ये विचाले जी वैल्यू है 5.5 है, यानी 5.50 है। जे वैल्यू इत्थे एग्जिस्ट करती है, कोई वैल्यू इत्थे है, जिवें 5.51 है या 5.52 है, तो उसनूं असीं की लिखांगे 6 लिखांगे, 6 के नेड़े है वो। जे वैल्यू इस तरह होंदी 5.20 है, मतलब 5.20 है, तो वह वैल्यू किहदे नेड़े ज़्यादा है, 5 के ज़्यादा नेड़े, इस करके उन्होंने की लिखा जाता है 5 लिखा जाता है। हुण इत्थे 12.03 सी, 0.50 तो घट है 0.50 तो इस करके इनू की लिखांगे असीं 12 ही लिखांगे। तो देखो ये ऑप्शन कित्थे मिलिया, सैकेंड ऑप्शन साडा की हैगा राइट आंसर। अगे नैक्सट क्वेश्चन देखो बेटा, जे 2 कोण संपूरक हैं, संपूरक कोण किहड़े हुंदे है। पहली गल 2 कोण की है संपूरक है, सप्लीमेंटरी एंगल है ये साडे कोले, इन्हां दा जिहड़ा सम होऊगा कितना होऊगा 180 डिग्री हुंदा है। ये गल नूं तुसीं ध्यान च रखना है। ठीक है, एक कोण दूजे नालों 40 डिग्री वड्डा है, तो दोवां विचों छोटा कोण किहड़ा है। जिहड़े सानूं बेटा आंसर दिते हुए है, ये छोटे कोण दे दिते हुए है। क्यों, क्योंकि सानूं पुछिया की सीगा छोटा कोण, ते जिहड़े आंसर की है छोटा कोण दे। इन्हां ने कहा सी एक कोण दूजे नालों 40 डिग्री वड्डा है। आ शर्त नूं पढ़ के देखो, तो वड्डा कोण की होऊगा, वो आपां लिख लेने हैं 40 डिग्री वध हैगा, ये गल उन्होंने कही है। जे छोटा कोण 40 डिग्री है, तो वड्डा कितना होऊगा, 40 वधा दो इनू 80 डिग्री। जे पहला कोण छोटा कोण 50 डिग्री है, तो वड्डा कोण कितना होऊगा 90 डिग्री। 40 वधाई चलो, ये भी मैं 40 इनक्रीज करता, ये भी मैं अगे 40 इनक्रीज करता, 40 वधाता। हुण अगे फिर इनू 40 वधा देने, 70 छोटा कोण सी, तो वड्डा कोण कितना होऊगा 110 डिग्री। इत्थे फिर इनू 40 डिग्री वधा देने, तो वड्डा कोण कितना होऊगा 220 डिग्री। सारे कोण लिख लिए, छोटा कोण भी पता लग गया, वड्डा कोण भी पता लग गया। तो जे असीं इन्हां दा जोड़ करके देखिए, सम करके देखिए कितना आउंदा है, 40 ते 80 नूं जोड़ा 120, इन्हां दा जोड़ करके देखिया कितना आ गया 140, इन्हां दोनों का जोड़ करके देखा कितना आ गया 180 डिग्री, इन्हां दो जोड़ करके देखा कितना आ गया 400 कितना आ गया 400 डिग्री। हुण गल की सी किहड़ा आंसर होऊगा, संपूरक कोण किहड़े हुंदे जिन्हां दा जोड़ 180 डिग्री हुंदा है। तो किहड़े दे विच बणिया, देखो तीसरा ऑप्शन है जिहड़ा, उत्थे जोड़ 180 डिग्री दोनों का बन रहा है, यही साडा की हैगा राइट आंसर है। तो उम्मीद करते हैं बेटा अज दे जिहड़े क्वेश्चन दी तुहानूं समझ आए होणगे। नैक्सट वीडियो दे आप विच जिहड़े बाकी रहिंदे क्वेश्चन पेपर आपां उहनां नूं सॉल्व करांगे। तो जिहड़े बच्चे पहली बार चैनल नूं बेटा विजिट कर रहे हैं, प्लीज़ चैनल नूं सबसक्राइब जरूर करो, और जिहड़ा बैल दा नोटिफिकेशन है उसनूं ऑन कर दो, ताकि जदों भी असीं वीडियो अपलोड करिए तो उहदा जिहड़ा नोटिफिकेशन है वो तुहाडे तक पहुँच जाए। और सारे ही स्टूडेंट्स नूं अपने क्लासमेट नूं वीडियो शेयर करा करो,
ਤਾਂ ਕਿ ਸਾਰੇ ਬੱਚੇ ਇਸ ਤੋਂ ਫਾਇਦਾ ਲੈ ਸਕਣ। ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਧੰਨਵਾਦ।